जिंदाबाद जिंदाबाद। यूनिवर्सिटी कैंपस खोलो, कैंपस खोलो, कैंपस खोलो, यूनिवर्सिटी कैंपस खोलो, कैंपस खोलो, कैंपस खोलो। वाइस चांसलर शर्म करो, शर्म करो, शर्म करो। ਪੰਜਾਬ ਯੂਨੀਵਰਸਿਟੀ ਦੇ ਬਾਹਰ ਵੀਸੀ ਦਫ਼ਤਰ ਦੇ ਬਾਹਰ ਧਰਨੇ ਦਾ ਅੱਜ 26ਵਾਂ ਦਿਨ ਹੈ ਤੇ ਕੱਲ 25ਵੇਂ ਦਿਨ ਇੱਕ ਵੱਡੀ ਸੰਘਰਸ਼ ਦੀ ਜਿੱਤ ਆ ਜਿਹੜੀ ਉਹ ਹੋਈ ਹੈ ਵੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਤਰੀਕ ਹੈ ਜਿਹੜੀ ਉਹ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ ਇਸ ਕਰਕੇ ਇਹ ਸਾਡੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੀ ਇਹ ਸਾਰੇ ਜਿਹੜੇ ਜਿੰਨੇ ਲੋਕ ਵੀ ਪਿਛਲੇ 25 ਦਿਨਾਂ ਤੋਂ ਇਹ ਸੰਘਰਸ਼ ਦੇ ਵਿੱਚ ਇੱਥੇ ਆ ਕੇ ਪਹੁੰਚ ਕੇ ਆਪਣੇ ਘਰਾਂ ਦੇ ਵਿੱਚ ਪਹੁੰਚ ਕੇ ਜਿੱਥੇ ਕਿਤੇ ਵੀ ਹਮਾਇਤ ਕਰ ਰਹੀ ਸੀ ਮੈਨੂੰ ਲੱਗਦਾ ਉਹਨਾਂ ਸਾਰਿਆਂ ਦੇ ਏਕੇ ਦੀ ਉਹਨਾਂ ਸਾਰਿਆਂ ਦੇ ਸੰਘਰਸ਼ ਦੀ ਇੱਕ ਵੱਡੀ ਜਿੱਤ ਦੀ ਪ੍ਰਾਪਤੀ ਹੈ। ਇੱਕ ਹੋਰ ਸੰਘਰਸ਼ ਜਿਹੜਾ ਨਵਾਂ ਸ਼ੁਰੂ ਕੀਤਾ ਹੋਇਆ ਹੈ ਉਹ ਹੈ ਵੀ ਯੂਨੀਵਰਸਿਟੀ ਖੁਲਵਾਉਣ ਨੂੰ ਲੈ ਕੇ ਜਿਹੜੀਆਂ ਦੋਨੇ ਮੰਗਾਂ ਜੁੜੀਆਂ ਹੋਈਆਂ ਨੇ ਵੀ ਯੂਨੀਵਰਸਿਟੀ ਖੋਲ੍ਹਣ ਦਾ ਵੀ ਤਾਂ ਹੀ ਨਹੀਂ ਹੋ ਰਿਹਾ ਕਿਉਂਕਿ ਵਾਈਸ ਚਾਂਸਲਰ ਆਪਦੇ RSS BJP ਦੇ ਏਜੰਡੇ ਇਸ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਤੇ ਇਸ ਕਰਕੇ ਇਸੇ ਜਗ੍ਹਾ ਤੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਆ ਜਿਹੜਾ ਉਹ ਯੂਨੀਵਰਸਿਟੀ ਖੁਲਵਾਉਣ ਨੂੰ ਲੈ ਕੇ ਸੰਘਰਸ਼ ਜਾਰੀ ਰਹੂਗਾ। ਸੈਨੇਟ ਦੀਆਂ ਚੋਣਾਂ ਦੀ ਤਰੀਕ ਆ ਗਈ ਹੈ ਉਹ ਸੰਘਰਸ਼ ਖਤਮ ਹੋ ਗਿਆ ਤੇ ਅਸੀਂ ਵਿਦਿਆਰਥੀ ਜਥੇਬੰਦੀਆਂ ਇੱਥੇ ਮਿਲ ਕੇ ਪੱਕਾ ਮੋਰਚਾ ਇੱਕ ਲਗਾਇਆ ਹੋਇਆ ਜਦੋਂ ਤੱਕ ਯੂਨੀਵਰਸਿਟੀ ਖੁਲਵਾਉਣ ਨੂੰ ਲੈ ਕੇ ਕੋਈ ਵੀ ਸ਼ਡਿਊਲ ਆ ਜਿਹੜਾ ਉਹ ਅਥਾਰਟੀਆਂ ਵੱਲੋਂ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸਾਡਾ ਇੱਥੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਧਰਨਾ ਉਹ ਜਿਹੜਾ ਕੰਟੀਨਿਊ ਰਹੂਗਾ। ਜਿਹੜੇ ਵਿਦਿਆਰਥੀ ਜਿਨ੍ਹਾਂ ਦੀਆਂ ਦੋਨੋਂ ਮੰਗਾਂ ਨੇ ਦਰਅਸਲ ਇਹ ਦੋਨਾਂ ਮੰਗਾਂ ਨੂੰ ਲੈ ਕੇ ਹੀ ਪਹਿਲੇ ਦਿਨ ਤੋਂ ਆਪਾਂ ਇੱਥੇ ਬੈਠੇ ਹਾਂ ਵੀ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ ਤੇ ਯੂਨੀਵਰਸਿਟੀ ਖੁਲਵਾਈ ਜਾਵੇ ਉਹਨਾਂ ਵਿੱਚੋਂ ਇੱਕ ਮੰਗ ਮੰਨ ਲਈ ਗਈ ਹੈ ਦੂਸਰੀ ਮੰਗ ਨੂੰ ਲੈ ਕੇ ਬੈਠੇ ਰਹਾਂਗੇ ਜਦੋਂ ਤੱਕ ਉਹ ਮੰਗ ਦਾ ਕੋਈ ਪੋਜ਼ਿਟਿਵ ਜਵਾਬ ਆ ਜਿਹੜਾ ਉਹ ਰਿਟਨ ਦੇ ਵਿੱਚ ਕੋਈ ਨੋਟੀਫਿਕੇਸ਼ਨ ਆ ਜਿਹੜਾ ਉਹ ਅਥਾਰਟੀਜ਼ ਵੱਲੋਂ ਨਹੀਂ ਆਉਂਦਾ। ਕੱਲ ਆਏ ਸੀ ਇੱਥੇ ਸੈਕਟਰੀ ਟੂ BC ਵੀ ਆਏ ਨੇ ਰਜਿਸਟਰਾਰ ਵੀ ਆ ਕੇ ਗਏ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਕਮੇਟੀ ਬਣਾ ਕੇ ਇੱਥੇ ਅਨਾਉਂਸ ਕਰ ਦਾਂਗੇ ਜਿਹੜਾ ਸ਼ਡਿਊਲ ਹੈ ਵੀ ਫੇਜ਼ਡ ਮੈਨਰ ਦੇ ਵਿੱਚ ਯੂਨੀਵਰਸਿਟੀ ਨੂੰ ਖੋਲ੍ਹਣ ਦੇ ਲਈ ਪਰ ਇਹ ਉਦੋਂ ਤੱਕ ਜਾਰੀ ਰਹੂਗਾ ਧਰਨਾ ਜਦੋਂ ਤੱਕ ਉਹ ਸ਼ਡਿਊਲ ਆ ਜਿਹੜਾ ਉਹ ਸਾਡੇ ਹੱਥ ਦੇ ਵਿੱਚ ਆ ਕੇ ਰਿਟਨ ਫਾਰਮ ਦੇ ਵਿੱਚ ਉਹ ਸੌਂਪ ਨਹੀਂ ਦਿੰਦੇ। ਜਦੋਂ ਅਸੀਂ 18 ਤਰੀਕ ਨੂੰ ਇਹ ਪ੍ਰੋਟੈਸਟ ਕੀਤਾ ਸੀਗਾ ਕਾਲ ਦਿੱਤੀ ਸੀ ਤਾਂ ਉਹਦੇ ਵਿੱਚ ਸਾਡੀਆਂ ਦੋ ਬੇਸਿਕ ਡਿਮਾਂਡਾਂ ਸੀਗੀਆਂ ਕਿ ਸੈਨੇਟ ਦੀ ਇਲੈਕਸ਼ਨ ਦੀ ਡੇਟ ਅਨਾਉਂਸ ਕੀਤੀ ਜਾਵੇ ਗ੍ਰੈਜੂਏਟ ਕਨਸਟੀਚੁਐਂਸੀ ਦੀ ਤੇ ਦੂਜਾ ਸਾਡਾ ਸੀਗਾ ਕਿ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਆ ਯੂਨੀਵਰਸਿਟੀ ਦੇ ਬੱਚਿਆਂ ਦੇ ਲਈ ਖੋਲ੍ਹਿਆ ਜਾਵੇ ਤੇ ਕੱਲ ਸਾਡੀ ਇੱਕ ਡਿਮਾਂਡ ਲਿਖਤੀ ਰੂਪ ਦੇ ਵਿੱਚ ਮੰਨੀ ਗਈ ਆ ਤੇ ਹੁਣ ਸਾਡੀ ਇੱਕ ਜਿਹੜੀ ਮੇਨ ਡਿਮਾਂਡ ਆ ਕਿ ਯੂਨੀਵਰਸਿਟੀ ਦਾ ਕੈਂਪਸ ਜਿਹੜਾ ਹੈਗਾ ਉਹਨੂੰ ਖੋਲ੍ਹਿਆ ਜਾਵੇ। ਮਤਲਬ ਪਿਛਲੇ 1.5 ਸਾਲ ਤੋਂ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਉਹ ਬੰਦ ਕੀਤਾ ਜਾ ਰਿਹਾ ਉਸੇ ਪੈਂਡੈਮਿਕ ਦੇ ਲੋਕਡਾਊਨ ਦੇ ਟਾਈਮ ਤੇ ਹੀ ਇੱਕ ਮਤਲਬ ਐਂਟੀ ਸਟੂਡੈਂਟ ਜਿਹੜੀ ਪਾਲਿਸੀ ਆ ਐਂਟੀ ਐਜੂਕੇਸ਼ਨ ਪਾਲਿਸੀ ਆ ਉਹ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਆ ਉਹ ਮਤਲਬ BJP ਸਰਕਾਰ ਲੈ ਕੇ ਆਈ ਆ ਤਾਂ ਉਹਦੇ ਵਿੱਚ ਕੀ ਹੈ ਕਿ ਯੂਨੀਵਰਸਿਟੀ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਸਟਰਕਚਰਸ ਨੇ ਉਹਨਾਂ ਨੂੰ ਖਤਮ ਕਰਨ ਦਾ ਉਹਦੇ ਵਿੱਚ ਏਜੰਡਾ ਆਨਲਾਈਨ ਬਲੈਂਡਡ ਮੋਡ ਇਹ ਸਾਰਾ ਜੋ ਬਕਵਾਸਬਾਜ਼ੀ ਜੀ ਹੈਗੀ ਆ ਇਹ ਸਾਰੀ ਦੀ ਸਾਰੀ ਉਹ ਮਤਲਬ ਯੂਨੀਵਰਸਿਟੀ ਦੇ ਕੈਂਪਸਾਂ ਦੇ ਵਿੱਚ ਥੋਪੀ ਜਾ ਰਹੀ ਆ ਤਾਂ ਇਹ ਸਾਰੇ ਹੀ ਸਟੂਡੈਂਟ ਵਿਰੋਧੀ ਨੀਤੀ ਆ ਤਾਂ ਸਟੂਡੈਂਟ ਵਿਰੋਧੀ ਨੀਤੀ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਕੈਂਪਸ ਨੂੰ ਫਿਜ਼ੀਕਲ ਮੋਡ ਦੇ ਵਿੱਚ ਅਸੀਂ ਸਟਾਰਟ ਕਰਨ ਦੇ ਲਈ ਅਸੀਂ ਸਾਡੀ ਜਿਹੜੀ ਮੇਨ ਡਿਮਾਂਡ ਆ ਕਿ ਜਿਹੜਾ ਕੈਂਪਸ ਆ ਉਹਨੂੰ ਰੀਓਪਨ ਕੀਤਾ ਜਾਵੇ ਤੇ ਹੋਰ ਜਿਹੜੇ ਰਿਸਰਚ ਕਾਲਾਂ ਦੀਆਂ ਡਿਮਾਂਡਸ ਨੇ ਕਿ ਜ਼ੀਰੋ ਲਾਕਡਾਊਨ ਪੀਰੀਅਡ ਦੀ ਡਿਮਾਂਡ ਹਲੇ ਪੈਂਡਿੰਗ ਪਈ ਆ ਪਿੱਛੇ ਪ੍ਰੋਟੈਸਟ ਕੀਤਾ ਸੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਉਹਨੂੰ ਕਮੇਟੀ ਬਿਠਾ ਕੇ ਮੰਨਾਂਗੇ ਬਟ ਨਾ ਤਾਂ ਇਹਨਾਂ ਨੇ ਜ਼ੀਰੋ ਲਾਕਡਾਊਨ ਪੀਰੀਅਡ ਦੀ ਮੰਗ ਮੰਨੀ ਆ ਤੇ ਜਿਹੜੇ ਬਾਹਰ ਦੇ ਰਿਸਰਚ ਸਕਾਲਰ ਹੈਗੇ ਨੇ ਉਹਨਾਂ ਦੇ ਜਿਹੜੇ ਗਾਈਡ ਬਾਹਰਲੇ ਨੇ ਉਹਨਾਂ ਨੂੰ ਹੋਸਟਲ ਨਹੀਂ ਦਿੱਤੇ ਜਾ ਰਹੇ ਤੇ ਉਹ ਡਿਮਾਂਡ ਪੈਂਡਿੰਗ ਪਈ ਆ ਲਾਇਬ੍ਰੇਰੀ 24 ਘੰਟੇ ਕੁੜੀਆਂ ਦਾ ਹੋਸਟਲ 24 ਘੰਟੇ ਇਹ ਸਾਡੀਆਂ ਤੇ ਗੇਟ ਨੰਬਰ 1 ਜਿਹੜਾ ਹੈਗਾ ਉਹ ਨਹੀਂ ਖੋਲ੍ਹਿਆ ਇਹ ਸਾਰੀਆਂ ਰੀਓਪਨਿੰਗ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ ਇਹਦੇ ਲਈ ਇਨਡੈਫੀਨਿਟ ਜਿਹੜਾ ਸਾਡਾ ਪ੍ਰੋਟੈਸਟ ਆ ਉਹ ਜਲਦੀ ਜਾਰੀ ਉਹ ਬਹੁਤ ਖਤਰਨਾਕ ਪਾਲਿਸੀ ਆ ਜਿਹੜੀ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹ ਬਹੁਤ ਹੀ ਸਟੂਡੈਂਟ ਵਿਰੋਧੀ ਐਜੂਕੇਸ਼ਨ ਵਿਰੋਧੀ ਟੀਚਰ ਵਿਰੋਧੀ ਉਹਦੇ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੁਸ਼ ਕਰਨ ਦੇ ਲਈ ਕਿ ਯੂਨੀਵਰਸਿਟੀਆਂ ਨੂੰ ਪਬਲਿਕ ਯੂਨੀਵਰਸਿਟੀਆਂ ਖਤਮ ਕਰਕੇ ਪ੍ਰਾਈਵੇਟ ਜਿਹੜੇ ਅਦਾਰੇ ਨੇ ਚਾਹੇ ਉਹ ਅਡਾਨੀ ਦੀ ਯੂਨੀਵਰਸਿਟੀ ਆ ਚਾਹੇ ਅੰਬਾਨੀ ਦੀ ਜੀਓ ਯੂਨੀਵਰਸਿਟੀ ਆ ਇਹ ਸਾਰਿਆਂ ਨੂੰ ਸਪੇਸ ਦੇਣ ਦੇ ਲਈ ਯੂਨੀਵਰਸਿਟੀ ਨੂੰ ਖਤਮ ਕਰਨ ਦਾ ਪਲਾਨ ਆ ਤੇ ਉਹ ਸਾਰਾ ਤਾਂ ਹੀ ਹੋ ਸਕਦਾ ਅਗਰ ਆਨਲਾਈਨ ਐਜੂਕੇਸ਼ਨ ਹੋਏਗੀ ਆਨਲਾਈਨ ਐਜੂਕੇਸ਼ਨ ਹੋਏਗੀ ਇਟ ਮੀਨਸ ਜਿਹੜੀ ਹੈਗੀ ਕਿ ਯੂਨੀਵਰਸਿਟੀ ਓਪਨ ਨਹੀਂ ਹੋਏਗੀ ਜਾਂ ਬਲੈਂਡਡ ਮੋਡ 'ਚ ਹੋਏਗੀ ਤਾਂ ਇਹ ਸਾਰੇ ਦਾ ਸਾਰਾ ਜੋ ਵਰਤਾਰਾ ਇਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪ੍ਰਾਈਵੇਟ ਜਿਹੜੇ ਆਪਣੇ ਇਹਨਾਂ ਦੇ ਦੋਸਤ ਮਿੱਤਰ ਨੇ ਮੋਦੀ ਸ਼ਾਹ ਦੇ ਤੇ ਉਹਨਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਜਿਹੜੀ ਹੈਗੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਲੈ ਕੇ ਆਈ ਜਾ ਰਹੀ ਆ ਤੇ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਜਾਂ ਸਟੇਟ ਯੂਨੀਵਰਸਿਟੀਆਂ ਨੇ ਉਹਨੂੰ ਖੋਲ੍ਹਣ ਲਈ ਮਤਲਬ ਪੂਰੀ ਤਰ੍ਹਾਂ ਰੋਕ ਲਾਈ ਜਾ ਰਹੀ ਹੈ ਤਾਂ ਕਿ ਇਹ ਧਰਨਿਆਂ ਦਾ ਅੱਡਾ ਨਾ ਬਣ ਸਕੇ। ਪਰ ਅਸਲ ਦੇ ਵਿੱਚ ਜਿਹੜੀ ਸੈਨੇਟ ਨੂੰ ਲੈ ਕੇ ਜਿਹੜੀ ਡਿਮਾਂਡ ਸੀਗੀ ਸੈਨੇਟ ਦਾ ਜਿਹੜਾ ਮਸਲਾ ਸੀਗਾ ਉਹ ਸਾਰਿਆਂ ਨਾਲ ਜੁੜਿਆ ਹੋਇਆ ਸੀਗਾ ਤੇ ਜਿਹੜੇ ਰੀਓਪਨਿੰਗ ਨੂੰ ਲੈ ਕੇ ਸਿੱਧੇ ਤੌਰ ਤੇ ਸਟੂਡੈਂਟ ਨਾਲ ਜੁੜਿਆ ਹੋਇਆ ਤਾਂ ਸਟੂਡੈਂਟ ਦੀ ਇਹਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਆ ਉਹ ਅਸੀਂ ਵੱਡੇ ਪੱਧਰ ਵਿਆਪਕ ਪੱਧਰ ਤੇ ਮੋਬਿਲਾਈਜ਼ ਕਰਾਂਗੇ ਤੇ ਜਿਹੜੇ ਸਟੂਡੈਂਟ ਘਰ ਬੈਠੇ ਨੇ ਜਿਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਮਤਲਬ ਕਈ ਪ੍ਰੈਕਟੀਕਲ ਸਬਜੈਕਟ ਨੇ ਜਿੱਦਾਂ ਲਾਅ ਦੇ ਵਿੱਚ ਮੂਟ ਕੋਰਟ ਦਾ ਹੈਗਾ ਤੇ ਹੋਰ ਸਾਇੰਸਿਸ ਦੇ ਬੱਚੇ ਨੇ ਜਿਨ੍ਹਾਂ ਦੀ ਲੈਬਸ ਹੈਗੀਆਂ ਨੇ ਤਾਂ ਹੋਰ ਸੋਸ਼ਲ ਸਾਇੰਸ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਬੱਚੇ ਫੇਸ ਕਰ ਰਹੇ ਨੇ ਕਿ ਫਿਜ਼ੀਕਲ ਐਜੂਕੇਸ਼ਨ ਮੋਡ ਦੇ ਵਿੱਚ ਹੈ ਨਹੀਂ ਤਾਂ ਉਹਨੂੰ ਲੈ ਕੇ ਅਸੀਂ ਵੱਡੇ ਪੱਧਰ ਤੇ ਸਟੂਡੈਂਟ ਦੀ ਮੋਬਿਲਾਈਜੇਸ਼ਨ ਕਰਾਂਗੇ ਰਿਸਰਚ ਸਕਾਲਰ ਜਿਹੜਾ ਹੈਗਾ ਅਸੀਂ ਉਹਦੀ ਮੋਬਿਲਾਈਜੇਸ਼ਨ ਕਰਾਂਗੇ ਤੇ ਫਾਰਮਰਸ ਯੂਨੀਅਨ ਦੀ ਵੀ ਸਾਡੇ ਨਾਲ ਸਪੋਰਟ ਆ ਤੇ ਹੋਰ ਸਮਾਜ ਦਾ ਜਿਹੜਾ ਸਿਵਲ ਸੁਸਾਇਟੀ ਆ ਟੀਚਰ
ਟੀਚਰ ਆ, ਮਤਲਬ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਹੈਗੀ ਆ, ਉਹ ਵੀ ਸਾਡੇ ਸਪੋਰਟ ਦੇ ਵਿੱਚ ਆ। ਉਹਨਾਂ ਦਾ ਵੀ ਇਹੀ ਹੈ ਕਿ ਯੂਨੀਵਰਸਿਟੀ ਖੋਲ੍ਹੀ ਜਾਵੇ। ਮਤਲਬ 1.5 ਸਾਲ ਹੋ ਗਿਆ, ਬੜੇ ਵੱਡੇ ਪੱਧਰ ਤੇ ਬੱਚਿਆਂ ਦਾ ਤੇ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਤਾਂ ਉਹਨੂੰ ਲੈ ਕੇ ਰੀਓਪਨਿੰਗ ਦਾ ਜਿਹੜਾ ਮੁੱਦਾ बड़ा मुद्दा बन चुका है। नमस्कार, मेरा नाम अंकुर है, मेरे जथेबंदी यूथ फॉर स्वराज है। पिछले 1 साल से हम एक डिमांड थी हमारी सेनेट इलेक्शन को करवाने की, जो पंजाब यूनिवर्सिटी में गवर्निंग बॉडी है, उसके लिए हम लड़ रहे हैं, क्योंकि जो डेमोक्रेटिक स्ट्रक्चर है वो यूनिवर्सिटी के लिए और स्टूडेंट्स के लिए बहुत इंपॉर्टेंट है। उसके लिए हमने लड़ाई लड़ी और आज वो टाइम आ गया कि 26 जो सितंबर है वो वहाँ पे जो लास्ट कॉन्स्टिट्यूंसी है रजिस्टर्ड ग्रेजुएट्स की, उसका इलेक्शन भी अनाउंस हो गया है और सेनेट के इलेक्शन हो रहे हैं। ये स्टूडेंट यूनिटी की एक बहुत बड़ी जीत है। इसके बाद एक और हमारी जो डिमांड थी, पिछले 1.5 साल से सिर्फ भारत में नहीं, सिर्फ पंजाब में नहीं, पूरे विश्व में एक एजुकेशन क्राइसिस हो रखा है पेंडेमिक की वजह से। उसको लेके हमारी एक डिमांड है कि अब जब चंडीगढ़ में 100% वैक्सीनेशन हो चुकी है एलिजिबल पॉपुलेशन की पहली डोज, और दूसरी डोज भी जो है वो 40% से ज़्यादा लोगों को लग चुकी है, उसके बाद जब कॉलेजेस खोल चुके हैं, कॉलेजेस ने डिसीजन ले लिया है, स्कूल्स ने डिसीजन ले लिया है खोलने का, और आज दूसरी यूनिवर्सिटी हैं, हरियाणा पंजाब की जो यूनिवर्सिटी हैं, उन्होंने भी अपनी यूनिवर्सिटी कैंपस को खोल दिया है। तो पंजाब यूनिवर्सिटी बंद क्यों है? उसके कारण यही है कि एक तो इनकी जो सबसे बड़ी रिस्पॉन्सिबिलिटी है, ये जो सेनेट को लेकर मतलब जो गवर्निंग बॉडी है वो नहीं है, तो इनके ऊपर कोई भी दबाव नहीं है। दूसरा, ये चाहते हैं कि यहाँ पे आके स्टूडेंट जो है वो पॉलिटिकली कॉन्शियस ना हो, यहाँ पे आके स्टूडेंट से डरते हैं, स्टूडेंट के जो प्रोटेस्ट से डरते हैं, क्योंकि इनकी जो दादागिरी है जो ये अभी ये चलाते हैं वो चलना बंद हो जाएगी। इन 2 कारणों से इन्होंने यूनिवर्सिटी को बंद करके रखा हुआ है, जिससे स्टूडेंट्स को बहुत ज़्यादा नुकसान हो रहा है। हमें ये समझने की ज़रूरत है कि जो ऑनलाइन एक डिजिटल डिवाइड है, ऑनलाइन एजुकेशन हमारे भारत में अभी पॉसिबल नहीं है। एक तो पहली बात तो जो ऑनलाइन एजुकेशन को आप फिजिकल एजुकेशन के साथ कंपेयर नहीं कर सकते, और जो दूसरी चीज़ है जो डिजिटल डिवाइड हर बेशक वो रीजनल बेसिस कह लीजिए, वो जेंडर बेसिस कह लीजिए, हर स्थान पे वो डिजिटल डिवाइड एग्जिस्ट करता है। हमारे देश में 14% रूरल एरिया में सिर्फ 14% लोगों के पास कंप्यूटर या लैपटॉप है, और पूरे जो अर्बन एरिया में सिर्फ 42% लोगों के पास कंप्यूटर या लैपटॉप है। सिर्फ 60% लोगों के पास स्मार्टफोन है, तो बाकी 40% का क्या होगा? LSR में एक लड़की ने, जो टॉप कॉलेज है इस देश का, LSR में एक लड़की ने पिछले साल पेंडेमिक के टाइम पे सुसाइड कर लिया, सिर्फ इस वजह से क्योंकि उसके पास ऑनलाइन डिवाइस खरीदने के पैसे नहीं थे, वो घर पे प्रेशर नहीं डालना चाहती थी, और इस कश्मकश में और उसने बेचारी ने सुसाइड कर लिया। तो हमें वहीं पे सचेत हो जाना चाहिए था कि ये जो ऑनलाइन एजुकेशन है ये सिर्फ एक मतलब लगा लीजिए मजबूरी थी, इसको हम कंटिन्यू ऐसे नहीं कर सकते, लेकिन यूनिवर्सिटी ने इसको स्टेटस को बना लिया है और ये ऐसा नहीं आगे चल सकता है। इसलिए आज रीओपनिंग की हमारी जो डिमांड है वो बहुत इंपॉर्टेंट डिमांड है, बहुत मेजर डिमांड है। एकेडमिक अगर हमें लॉस बच्चों का नहीं करवाना है तो हमें यूनिवर्सिटी कॉलेजेस खोलने ही होंगे।